ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਅੱਜ ਦੇਸ਼ ਦਾ ਹਰ ਵਿਅਕਤੀ ਆਪਣੇ ਆਪ ਨੂੰ ਜੋ ਰਾਹੁਲ ਗਾਂਧੀ ਜੀ ਦੇ ਨਾਲ ਸੰਸਦ ਦੇ ਵਿੱਚੋਂ ਉਹਨਾਂ ਦੀ ਮੈਂਬਰਸ਼ਿਪ ਰੱਦ ਕਰਨ ਦਾ ਮੁੱਦਾ ਆਇਆ, ਕਿਸ ਤਰੀਕੇ ਨਾਲ ਆਪਣੇ ਆਪ ਨੂੰ ਇਸ ਦੇਸ਼ ਦੇ ਵਿੱਚ ਮਹਿਸੂਸ ਕਰ ਰਹੇ ਹੈ। ਅੱਜ ਜਿਸ ਦਾ ਇਫੈਕਟ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਿਸ ਦਾ ਅਸਰ ਪੈਣਾ ਸ਼ੁਰੂ ਹੋਇਆ ਹੈ, ਇਹ ਸਾਡੇ ਸਭ ਦੇ ਸਾਹਮਣੇ ਹੈ। ਜਦੋਂ ਤੋਂ ਬੀਜੇਪੀ ਆਰਐਸਐਸ ਦੀ ਸਰਕਾਰ ਇਸ ਦੇਸ਼ 'ਚ ਆਈ ਹੈ, ਜਦੋਂ ਵੀ ਇਸ ਦੇਸ਼ ਦੇ ਵਿੱਚ ਔਰ ਯਾਰ ਇਸ ਦੇਸ਼ ਦੇ ਉੱਪਰ ਵੱਡੇ ਮੁੱਦੇ ਜਿਹੜੇ ਕਿ ਸਾਡੇ ਦੇਸ਼ ਦੀ ਜਨਤਾ ਦੇ ਵਪਾਰ ਕਰਨ ਵਾਲੇ ਵਰਗ ਨੂੰ, ਖੇਤਾਂ 'ਚ ਕੰਮ ਕਰਨ ਵਾਲੇ ਲੇਬਰ ਵਰਗ ਨੂੰ, ਕਿਸਾਨ ਭਰਾਵਾਂ ਨੂੰ ਕਿਸੇ ਵੀ ਮੁੱਦੇ ਨੇ ਅੱਜ ਤੱਕ ਦੱਬਿਆ। ਜਦੋਂ ਵੀ ਇਸ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਨੇ ਕੋਈ ਮੁੱਦੇ ਨੂੰ ਚੱਕਿਆ ਔਰ ਉਸ 'ਤੇ ਕਾਂਗਰਸ ਪਾਰਟੀ ਨੇ ਵਿਰੋਧ ਕੀਤਾ, ਚਾਹੇ ਉਹ GST ਦੀ ਗੱਲ ਹੋਵੇ, ਚਾਹੇ ਉਹ ਨੋਟਬੰਦੀ ਦੀ ਗੱਲ ਹੋਵੇ, ਹਮੇਸ਼ਾ ਉਸ ਆਵਾਜ਼ ਨੂੰ ਬੰਦ ਕਰਨ ਦਾ, ਉਸ ਆਵਾਜ਼ ਨੂੰ ਦੱਬਣ ਦਾ ਕੰਮ ਬੀਜੇਪੀ ਤੇ ਆਰਐਸਐਸ ਦੀ ਸਰਕਾਰ ਨੇ, ਉਹਨਾਂ ਦੀ ਨੀਤੀਆਂ ਨੇ ਇਸ ਦੇਸ਼ ਦੇ ਵਿੱਚ ਕੀਤਾ। ਔਰ ਇਹ ਸਾਡੇ ਸਭ ਦੇ ਸਾਹਮਣੇ ਹੈ ਕਿ GST ਤੇ ਨੋਟਬੰਦੀ ਨੇ ਸਾਨੂੰ ਕਿੰਨੇ ਵੱਡੇ ਪੈਮਾਨੇ ਦੀ ਮਾਰ ਸਾਡੇ ਦੇਸ਼ ਦੇ ਲੋਕਾਂ ਨੂੰ ਪਾਈ ਹੈ। ਹੋ ਸਕਦਾ ਕਿ ਜੋ GST ਬਣਨਾ ਸੀ ਇਸ ਦੇਸ਼ ਦੇ ਵਿੱਚ, ਉਹਨੂੰ ਕਿਸ ਤਰ੍ਹਾਂ ਤੋੜ ਮੜੋੜ ਕੇ ਬਣਾਇਆ ਗਿਆ, ਕਿਸ ਤਰੀਕੇ ਨਾਲ ਉਹਦੇ 'ਚ ਅੱਜ ਵੀ ਫੇਰ ਬਦਲ ਹੋ ਰਹੇ ਹੈ। ਇਹ ਗੱਲ ਇਸ ਕਰਕੇ ਦੱਸਣੀ ਜ਼ਰੂਰੀ ਹੈ ਕਿ ਲੋਕਤੰਤਰ ਦੇ ਤਹਿਤ ਸਾਨੂੰ ਸਾਰਿਆਂ ਨੂੰ ਇਸ ਦੇਸ਼ ਦੇ ਵਿੱਚ ਸੰਵਿਧਾਨ ਦੇ ਤਹਿਤ ਸਾਨੂੰ ਰਹਿਣ ਦਾ ਅਧਿਕਾਰ ਮਿਲਿਆ, ਸਾਨੂੰ ਬੋਲਣ ਦਾ ਅਧਿਕਾਰ ਮਿਲਿਆ, ਸਾਨੂੰ ਗਰੀਬ ਲੋਕਾਂ ਨੂੰ ਸਿੱਖਿਆ ਦਾ ਅਧਿਕਾਰ ਮਿਲਿਆ, ਲੋਕਾਂ ਨੂੰ ਕੰਮ ਕਰਨ ਦਾ ਨਰੇਗਾ ਦੇ ਤਹਿਤ ਅਧਿਕਾਰ ਮਿਲਿਆ। ਐਸੇ ਬਹੁਤ ਸਾਰੇ ਕਾਨੂੰਨ ਇਸ ਦੇਸ਼ ਦੇ ਵਿੱਚ ਬਣੇ, ਜਿਨ੍ਹਾਂ ਕਾਨੂੰਨਾਂ ਦੇ ਕਰਕੇ ਸਾਡੇ ਦੇਸ਼ ਦੇ ਲੋਕਾਂ ਨੂੰ ਆਪਣੇ ਦੇਸ਼ ਦੇ ਵਿੱਚ ਰਹਿਣ ਵਾਸਤੇ ਮੌਕਾ ਮਿਲਿਆ। ਔਰ ਅੱਜ ਜੇ ਇਸ ਲੋਕਤੰਤਰ ਦੇ ਤਹਿਤ ਸਾਡੇ ਆਵਾਜ਼ ਨੂੰ ਬੰਦ ਕਰਨ ਦਾ ਕੰਮ ਬੀਜੇਪੀ ਆਰਐਸਐਸ ਸਰਕਾਰ ਨੇ ਸਾਡੇ ਦੇਸ਼ ਦੇ ਵਿੱਚ ਸ਼ੁਰੂ ਕੀਤਾ ਹੈ, ਆ ਰਾਹੁਲ ਗਾਂਧੀ ਜੀ ਦੇ ਨਾਲ ਜੋ ਹੋ ਰਿਹਾ ਹੈ, ਇਹ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਲਾਈਵ ਐਗਜ਼ਾਮਪਲ ਹੈ, ਜਿਹੜਾ ਕਿ ਲਗਾਤਾਰ ਚੱਲੇ ਆ ਰਿਹਾ ਹੈ। ਔਰ ਤੁਸੀਂ ਸਾਰੇ ਇਹ ਵੀ ਜਾਣਦੇ ਹੋ, ਕਦੇ ਕਿਸੇ ਇਨਸਾਨ ਨੂੰ, ਇੱਕ ਮਿਹਨਤੀ ਕੰਮ ਕਰਨ ਵਾਲੇ ਵਿਅਕਤੀ ਨੂੰ ਇਹ ਕਹਿ ਦੇਣਾ ਕਿ ਉਹ ਪੱਪੂ ਹੈ, ਉਹ ਇਨਸਾਨ ਜਿਹੜਾ ਲੋਕਾਂ ਦੀ ਆਵਾਜ਼ ਨੂੰ ਲੋਕਾਂ ਵਿੱਚ ਰੱਖਦਾ ਹੈ, ਜਿਹੜਾ ਬੰਦਾ ਲੋਕਾਂ ਦੀ ਆਵਾਜ਼ ਨੂੰ, ਲੋਕਾਂ ਦੇ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਚੱਕਣ ਦੀ ਗੱਲ ਕਰਦਾ ਹੈ, ਉਸ ਦੀ ਆਵਾਜ਼ ਨੂੰ ਬੰਦ ਕਰਨ ਦੀ ਗੱਲ ਹੋ ਰਹੀ ਹੈ। ਔਰ ਕਿਸ ਪੈਮਾਨੇ ਤੱਕ ਗੱਲ ਚਲੀ ਗਈ, ਇਹ ਤੁਸੀਂ ਸਾਰੇ ਅੱਜ ਸਮਝ ਰਹੇ ਹੋ। ਅੱਜ ਪੂਰਾ ਦੇਸ਼ ਇਸ ਗੱਲ ਦੇ ਵਿੱਚ ਜੂਝ ਰਿਹਾ ਹੈ। ਆ ਤੁਸੀਂ ਦੇਖੋ, ਰਾਹੁਲ ਜੀ ਨੇ ਭਾਰਤ ਜੋੜੋ ਯਾਤਰਾ ਚਾਲੂ ਕਰਨ ਦੀ, ਸ਼ੁਰੂਆਤ ਕਰਨ ਦੀ ਕੋਸ਼ਿਸ਼ ਜਦੋਂ ਕੀਤੀ ਜਾਂ ਉਹਦਾ ਪਲਾਨ ਅਨਵੀਲ ਕੀਤਾ, ਉਸ ਗੱਲ ਨੂੰ ਦੇਸ਼ ਦੀ ਜਨਤਾ ਦੇ ਮੂਹਰੇ ਭਾਰਤ ਜੋੜੋ ਯਾਤਰਾ ਦਾ ਕਿਸ ਤਰ੍ਹਾਂ ਕੰਨਿਆ ਕੁਮਾਰੀ ਤੋਂ ਲੈ ਕੇ ਸ਼੍ਰੀਨਗਰ ਤੱਕ ਦੀ ਇਹ ਯਾਤਰਾ ਚੱਲਣੀ ਹੈ, ਉਸ ਦੀ ਗੱਲ ਰੱਖੀ, ਤਾਂ ਸਭ ਤੋਂ ਪਹਿਲਾਂ ਬੀਜੇਪੀ ਦੀ ਸਰਕਾਰ ਨੇ ਉਸ ਯਾਤਰਾ ਨੂੰ ਰੋਕਣ ਵਾਸਤੇ ਕੋਵਿਡ ਦਾ ਬਹਾਨਾ ਮਾਰ ਕੇ ਉਸ ਦੇ ਉੱਪਰ ਸਾਡੀ ਕਾਂਗਰਸ ਪਾਰਟੀ ਨੂੰ ਚਿੱਠੀ ਲਿਖੀ। ਕੀ ਮਕਸਦ ਸੀ? ਇਹ ਮਕਸਦ ਸੀ ਕਿ ਅਗਰ ਰਾਹੁਲ ਗਾਂਧੀ ਜੀ ਇਸ ਦੇਸ਼ ਦੇ ਕੱਲੇ ਸੂਬੇ ਦੇ ਕੱਲੇ ਜ਼ਿਲ੍ਹੇ ਦੇ ਲੋਕਾਂ ਦੀ ਆਵਾਜ਼ ਤੇ ਦਰਦ ਨੂੰ ਸੁਣਨ ਵਾਸਤੇ ਪੂਰੇ ਹਿੰਦੁਸਤਾਨ ਦੇ ਵਿੱਚ ਜਾਣਗੇ, ਤਾਂ ਉਹਨਾਂ ਕੋਲੇ ਲੋਕਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਨੂੰ ਲੋਕਾਂ ਦੀ ਪੀੜਾ ਤੇ ਲੋਕਾਂ ਦੇ ਦਰਦ ਬਾਰੇ ਸਮਝ ਆਊਗਾ। ਔਰ ਤੁਹਾਡੇ ਉਹ ਵੀ ਦਿਨ ਯਾਦ ਹੋਣਾ ਕਿ ਜਿਸ ਦਿਨ ਰਾਹੁਲ ਜੀ ਨੇ ਜੋ ਗੱਲਾਂ ਭਾਰਤ ਜੋੜੋ ਯਾਤਰਾ ਦੇ ਸਮੇਂ ਲੋਕਾਂ ਨੇ ਉਹਨਾਂ ਕੋਲ ਕੀਤੀਆਂ, ਕਿਸੇ ਭੈਣ ਨੇ ਕੀਤੀ, ਕਿਸੇ ਮਾਂ ਨੇ ਕੀਤੀ, ਉਹਨਾਂ ਨੇ ਆਪਣੀ ਡੋਮੈਸਟਿਕ ਵਾਇਲੈਂਸ ਦੀ ਗੱਲ ਕੀਤੀ, ਤੇ ਜਦੋਂ ਰਾਹੁਲ ਜੀ ਨੇ ਇਸ ਗੱਲ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਰੱਖਿਆ, ਤਾਂ 3 ਵਾਰ ਦਿੱਲੀ ਪੁਲਿਸ ਨੇ ਆ ਕੇ ਰਾਹੁਲ ਜੀ ਦੇ ਘਰ ਦੇ ਉੱਪਰ ਘੇਰਾ ਮਾਰ ਕੇ ਉਹਨਾਂ ਤੋਂ ਪੁੱਛਤਾਛ ਸ਼ੁਰੂ ਕੀਤੀ। ਕੀ ਮਕਸਦ ਸੀ ਇਸ ਗੱਲ ਦਾ? ਇੱਕੋ ਹੀ ਮਕਸਦ ਸੀ ਕਿ ਕਿਸ ਤਰੀਕੇ ਨਾਲ ਉਸ ਇਨਸਾਨ ਦੀ ਉਸ ਆਵਾਜ਼ ਨੂੰ ਬੰਦ ਕੀਤਾ ਜਾਵੇ। ਔਰ ਤੁਹਾਡੇ ਵੀ ਯਾਦ ਹੋਣਾ, ਇੱਕ ਲਿਸਟ ਮੰਗੀ ਗਈ, ਇਹ ਕਿਹਾ ਗਿਆ ਕਿ ਤੁਸੀਂ ਇਹ ਦੱਸੋ ਕਿ ਪੂਰੀ ਭਾਰਤ ਜੋੜੋ ਯਾਤਰਾ ਦੇ ਵਿੱਚ ਕਿਹੜੀਆਂ ਭੈਣਾਂ ਨੇ ਤੇ ਕਿਹੜੀਆਂ ਮਾਵਾਂ ਨੇ ਕਿਹੜੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਕੋਲ ਆ ਕੇ ਇਸ ਗੱਲ ਦੀ ਫਰਿਆਦ ਕੀਤੀ ਕਿ ਸਾਨੂੰ ਬਹੁਤ ਸਾਡੇ ਨਾਲ ਧੱਕਾਸ਼ਾਹੀ ਹੋ ਰਹੀ ਹੈ, ਜਾਂ ਕਿਸ ਲੋਕਾਂ ਨੇ ਆਪਣੇ। ਔਰ ਤੁਹਾਡੇ ਵੀ ਯਾਦ ਹੋਣਾ ਕਿ ਬਹੁਤ ਸਾਰੇ ਜਗ੍ਹਾ ਦੇ ਉੱਪਰ ਰਾਹੁਲ ਜੀ ਨੇ ਭਾਰਤ ਜੋੜੋ ਯਾਤਰਾ ਦੇ ਦੌਰਾਨ ਇਹ ਕਿਹਾ ਸੀ ਕਿ ਬਹੁਤ ਸਾਰੀਆਂ ਭੈਣਾਂ ਨੇ ਮੈਨੂੰ ਆ ਕੇ ਕਿਹਾ ਕਿ ਸਾਡੇ ਨਾਲ ਇਸ ਤਰੀਕੇ ਦਾ ਧੱਕੇਸ਼ਾਹੀ ਹੋ ਰਹੀ ਹੈ, ਪਰ ਇਹ ਗੱਲ ਪੁਲਿਸ ਨੂੰ ਨਾ ਦੱਸਿਓ। ਇੰਨਾ ਮਨ ਦੇ ਵਿੱਚ ਡਰ ਤੇ ਭੈ ਇਸ ਦੇਸ਼ ਦੀ ਜਨਤਾ ਦੇ ਲੋਕਾਂ ਦੇ ਤਹਿਤ ਬਣਿਆ ਹੋਇਆ। ਔਰ ਅੱਜ ਉਸ ਗੱਲ ਦੇ ਤਹਿਤ ਵੀ 2-3 ਵਾਰ ਦਿੱਲੀ ਪੁਲਿਸ ਨੇ ਆ ਕੇ ਉਹਨਾਂ ਨਾਲ ਪੁੱਛਤਾਛ ਕੀਤੀ। ਕੀ ਮਕਸਦ ਸੀ ਇਹ ਤੁਸੀਂ ਸਾਰੇ ਆਪ ਸਮਝ ਸਕਦੇ ਹੋ।
और इस तो इलावा अज जिहड़ा गल आपां अज करन वास्ते हाज़र होए हैं, क्योंकि बुनियादी तौर पर जिहड़ी मैं गल तुहाडे नाल कीती है इस करके है कि लगातार ये आक्रमण, लगातार ये जोर चल रहा सरकार का कि किस तरीके नाल कांग्रेस पार्टी की आवाज़ नूं दबिया जाए, राहुल गांधी की आवाज़ नूं दबिया जाए। और हमेशा राहुल जी ने कदे किसी डर तो, किसी भय तो, कदे बिना गल तो हमेशा लोगों की आवाज़ नूं, इस हिंदुस्तान के लोगों की आवाज़ नूं हर सही प्लेटफॉर्म के उपर मीडिया के राही रखने वास्ते की। और मैं अज ये समझदा अज तुसीं सारे इन्नी वड्डी गिनती च आए हो और लोगों के वास्ते यही एक प्लेटफॉर्म है। और जे अज कई जगह के उपर गल होंदी है कि बहुत सारिया एजेंसीज़ नूं, बहुत सारिया इंस्टीट्यूशनस नूं सरकार यूज़ करती है लोगों के मूँह नूं बंद करने वास्ते, ये तुसीं सारे आप जानते हो। पर मैं समझदा कि अज साडे बठिंडे जिले के सारे पत्रकार भाईचारे के मेरे सत्कारत साथी इस मुद्दे नूं कल्ले कल्ली जगह तक पहुँचाने वास्ते साडा साथ देणगे। और जिस तरीके दे नाल आ गुजरात दे विच सूरत का जिहड़ा केस होया, किस तरीके नाल राहुल जी ने किस दिन पार्लीमेंट दे विच अडानी साहब दी कंपनियां बारे गल की, किस तरीके नाल अडानी जी दे 20,000 करोड़ दियां बाहरलियां कंपनियां जो शैल कंपनीज़ है उन्हां दे बारे, उन्हां दे पैसे बारे गल की। और किस तरीके नाल 2019 दे विच जो भाषण करनाटका दीयां चोणां दे वेले कोलार दे विच दिता गया सी और उस भाषण नूं चक के और उसका परचा सूरत दे विच दर्ज किया गया। शायद उहदे 2 परचे बिहार ते झारखंड दे विच भी दर्ज होए, पर उसके कानूनी तौर के उपर ठीक है उस गल नूं कानून ने देखना है। पर आपां सारे इस गल नूं समझते हैं कि जदों कानून की गल आती है, ये गल जदों मानहानि के परचे दर्ज किए जाते हैं, एक इंसान जिहदा नौ मोदी भी नहीं लगता कि वह बंदा इस गल की FIR दर्ज करने वास्ते वो लीगली राइट भी सीगा कि वो परचा दर्ज करा सकता है, कि उत्थे दे मैजिस्ट्रेट साहब ने उहदी प्रिलिमिनरी इंक्वायरी वास्ते जो करन दी लोड़ सी, जो जज साहब का ऑर्डर सी कि उहदी कोई प्रिलिमिनरी इंक्वायरी भी होई। ये सारियां गल्लां कानूनी है, पर तुसी इस गल नूं आपां नूं देखण दी लोड़ है कि किस तरीके दे नाल जिस दिन पार्लीमेंट का भाषण हुंदा है और किस तरीके नाल जिहड़ी याचिका 2019 दे विच सूरत के कोर्ट दे विच दायर होई सी और 2019 की गल तो बाद 2021 च राहुल गांधी जी उस गल दे विच पेश होए और 2022 दे विच जिस बंदे ने वो FIR दर्ज की सी उसे ने जाके हाई कोर्ट चो स्टे ले लिया कि इस गल के उपर स्टे कर दो। और जिस दिन राहुल गांधी जी पार्लीमेंट दे विच अडानी का भाषण, अडानी के खिलाफ मोदी जी के बारे नूं गल करते हैं, वो सही 9 दिन तो बाद वही इंसान जाके हाई कोर्ट दे विच अपनी उसी पटीशन नूं दोबारा चालू करने वास्ते अपनी एप्लीकेशन दिंदा है और नाल दी नाल ये हदायत कराउंदा थलड़ी कोर्ट नूं कि तुसीं इस दे उपर सुनवाई करो। और 9 दिनों के बाद जदों उसकी कार्रवाई चलती है तो सही 23 दिनों बाद 2 साल की सज़ा राहुल गांधी जी उस केस के सुनाई जाती है, जिसका मैं समझदा कि कानून जो साडी इस उरे साडे अदारा है, कानूनी अदारा है, वो इस गल नूं देख रहा है। और अज तुसीं देख रहे हो कि बीजेपी नूं कितनी हलबली मची पई है। वो कहते जी राहुल गांधी जी क्यों अपनी अपील फाइल नहीं कर रहे। अज क्योंकि 3 दिन हो गए पूरा देश आवाम की आवाज़ राहुल गांधी नाल जुड़ी है। अज हर आदमी ये सोच रहा है कि उस बंदे नाल धक्का किया जा रहा है सरकार वालों। और इस गल नूं तुसीं अज तक देखिया कि कदे किसी कोर्ट का ऑर्डर अज इशू होया होवे ते विदिन 24 आवर्स उसकी मैंबरशिप रद्द की गई होवे। क्यों अज इंटरनेशनल पॉलिटिक्स खड़ी हुई है। अज अगर अमेरिका खड़ा होया, अज अगर जर्मनी ने राहुल गांधी की सपोर्ट के आके गल की है तो बीजेपी के हलचली मची हुई है। और अज बीजेपी ये सोच रही है, अज बीजेपी इस गल के उपर बड़ा फिक्र कर रही है कि राहुल गांधी जी क्यों रिलीफ वास्ते कोर्ट के अपलाई नहीं कर रहे। और उन्होंने दूजे पासे की किया कि मैं कोर्ट के अपलाई रिलीफ वास्ते करूँगा, पर मैं हले अपनी लीगल सलाहकारां दे नाल सलाह करके पक्के पैरी होके ही मैं अपनी इस उपर रिलीफ वास्ते अपलाई करूँगा। सो मैं ये समझदा कि अज जिस तरह लोकतंत्र का घाण करने वाली इस सरकार के उपर इल्जाम लगता क्या करता सी, अज ये साडे सामने है कि जिस तरीके नाल इन्होंने राहुल जी की मैंबरशिप नूं रद्द किया है। क्योंकि उस इंसान ने जदों कैम्ब्रिज दे विच जाके भाषण दिता और उस तो बाद मैं उस दौरे दे विच मैं हाज़र सी और बाद दे विच इंडियन ओवरसीज़ कांग्रेस का प्रोग्राम होया और किन्ने वड्डे जज्बे दे नाल इंडियन ओवरसीज़ कांग्रेस ने ते UK की पार्लीमेंट दे विच इस गल की चर्चा हुई कि किस तरह भारत जोड़ो यात्रा के बारे बहुत सारे उत्थे दे MPs ने उन्होंने डिस्कशन की
ਔਰ ਕਿਸ ਤਰੀਕੇ ਨਾਲ ਉਸ ਗੱਲ ਨੂੰ ਤੋੜ ਮਰੋੜ ਕੇ ਸਾਡੇ ਦੇਸ਼ ਦੇ ਵਿੱਚ ਕਿਹਾ ਗਿਆ ਉਹ ਸਾਨੂੰ ਪਤਾ ਹੈ। ਔਰ ਜਦੋਂ ਰਾਹੁਲ ਜੀ ਨੇ ਲੰਡਨ ਤੋਂ ਵਾਪਸ ਆ ਕੇ ਆਪਣੀ ਗੱਲ ਨੂੰ ਸਪਸ਼ਟ ਕਰਨ ਵਾਸਤੇ ਪਾਰਲੀਮੈਂਟ ਦੇ ਵਿੱਚ ਆਪਣੀ ਗੱਲ ਰੱਖਣ ਲਈ ਕਿਹਾ ਤਾਂ ਕਦੇ ਅੱਜ ਤੱਕ ਦੇਖਿਆ 10 ਸਾਲ ਮਨਮੋਹਨ ਸਿੰਘ ਜੀ ਦੀ ਸਰਕਾਰ ਵੀ ਰਹੀ, 5 ਸਾਲ ਮੈਨੂੰ ਵੀ ਉਸ ਸਰਕਾਰ ਦੇ ਵਿੱਚ MP ਬਣ ਕੇ ਕੰਮ ਕਰਨ ਦਾ ਮੌਕਾ ਮਿਲਿਆ। ਕਦੇ ਵੀ ਸਰਕਾਰ ਦੇ ਵਿੱਚ ਵੱਲੋਂ ਐਸੀ ਕੋਸ਼ਿਸ਼ ਨਹੀਂ ਹੁੰਦੀ ਸੀ ਕਿ ਪਾਰਲੀਮੈਂਟ ਨਾ ਚਲਾਈ ਜਾਵੇ। ਹਮੇਸ਼ਾ ਸਰਕਾਰ ਦੀ ਕੋਸ਼ਿਸ਼ ਹੁੰਦੀ ਸੀ। ਉਸ ਵੇਲੇ BJP ਆਪੋਜੀਸ਼ਨ ਪਾਰਟੀ ਸੀ, BJP ਦੇ ਲੀਡਰ ਸਾਹਿਬਾਨ ਵੀ ਮੁੱਦੇ ਚੱਕਿਆ ਕਰਦੇ ਸੀ ਤੇ ਸਾਡੀ ਸਰਕਾਰ ਦੀ ਇੱਕੋ ਹੀ ਕੋਸ਼ਿਸ਼ ਹੁੰਦੀ ਸੀ ਕਿ ਭਾਵੇਂ ਸਰਕਾਰ ਨੂੰ ਭਾਵੇਂ ਨੀਵਾਂ ਹੋਣਾ ਪੈ ਜਾਏ ਪਰ ਸੰਸਦ ਚੱਲਣੀ ਚਾਹੀਦੀ ਹੈ। ਲੇਕਿਨ ਇਸ ਵੇਲੇ ਤਾਂ ਵਿਪਰੀਤ ਗੱਲ ਹੋ ਗਈ ਕਿ ਅਗਰ ਅਡਾਨੀ ਦੀ ਗੱਲ ਰਾਹੁਲ ਗਾਂਧੀ ਨੇ ਚੱਕ ਲਈ, ਅਡਾਨੀ ਦੀ ਕੰਪਨੀਆਂ ਦੀ ਗੱਲ ਰਾਹੁਲ ਗਾਂਧੀ ਨੇ ਚੱਕ ਲਈ, ਤਾਂ ਅੱਜ ਰਾਹੁਲ ਗਾਂਧੀ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਪਾਰਲੀਮੈਂਟ ਦੇ ਵਿੱਚੋਂ ਲਗਾਤਾਰ ਵਾਕਆਊਟ ਹੋ ਰਿਹਾ ਹੈ। ਹਿੰਦੁਸਤਾਨ ਦੀ ਪਾਰਲੀਮੈਂਟ ਹਿੰਦੁਸਤਾਨ ਦੀ ਸਰਕਾਰ ਨਹੀਂ ਚੱਲਣ ਦੇ ਰਹੀ। ਕਦੇ ਐਸਾ ਲੋਕਤੰਤਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਦੇ ਇਤਿਹਾਸ ਹੋਇਆ ਹੋਣਾ, ਪਰ ਲੇਕਿਨ ਇਸ ਗੱਲ ਤੋਂ ਸਮਝ ਆਉਂਦਾ ਹੈ ਕਿ ਚਾਹੇ ਰਾਹੁਲ ਗਾਂਧੀ ਜੀ ਨੇ ਕੈਂਬਰਿਜ ਵਿੱਚ ਬੋਲਿਆ, ਚਾਹੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਵਿੱਚ ਆ ਕੇ ਉੱਥੇ ਵੀ ਇੱਕ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਵੀ ਇੱਕ ਪੱਤਰਕਾਰ ਭਾਈ ਨੇ ਇਹ ਸਵਾਲ ਚੱਕਿਆ ਸੀ और उसके वो जवाब में राहुल जी ने एको गल कही कि क्या आपने मेरे भाषण को क्या आपने खुद सुना है? और उन्होंने बोला नहीं मैंने सुना नहीं, पर मैंने लोगों से सुना है कि आपने वहाँ पर कोई अपने देश के बारे में गलत कहा है। तो उन्होंने बोला पहले आप सुनिए फिर आप इस बात के ऊपर सवाल करना कि क्या मैंने उसके अंदर कोई अपने देश के बारे में कोई गलत बात कही है कि नहीं कही। सो मैं उस गल दे विच नहीं जाना चाहता, पर मैं ये गल जरूर कहना चाहना है कि अगर अज अमरीका ते जर्मनी ते बाकी देशों के लोगों ने आके सहमति दी है, जे अज पूरे हिंदुस्तान की संगत या साढ़े हिंदुस्तान के लोग अज राहुल गांधी के नाल इस मौके के उपर खड़े हुए हैं, वो इसे करके है कि इस सूबे की इस देश की सरकार ने राहुल जी नाल उन्हां दी मैंबरशिप नूं रद्द करके और किस तरीके नाल उस कोर्ट की कार्रवाई दे विच जिस इंसान के नौ दे नाल मोदी भी नहीं लगता उस दे उपर कार्रवाई करके उन्होंने 2 साल की सज़ा की है। तो अज देखो किहड़े लोगों की मदद लैन की गल हो रही है बीजेपी वालों, नीरव मोदी। किस बंदे की गल हो रही है? ललित मोदी। ये वो लोग हैं जिन्होंने बीजेपी की सरकार ने इस देश की जनता नाल वादा किया सी कि असीं इन्हां नूं बाहरों लैके आवांगे और इन्हां ते बनदी कार्रवाई करावांगे। अज उन्हां तो डेफेमेशन सूट पाउण दी गल करन वास्ते बीजेपी उन्हां नूं अप्रोच कर रही है और तां उन्हां दे स्टेटमेंट्स आए हैं कि सानूं बीजेपी की सरकार उन्हां दे स्टेटमेंट्स आए कि असी भी मानहानि का पर्चा राहुल गांधी दे दायर करने वास्ते अपनी याचिका तैयार कर रहे हैं। सो मैं ये जरूर समझदा कि अज का जो ये मुद्दा है जिस दे उपर राहुल जी दे नाल इन्ने वड्डे पद्धर ते धक्का किया जा रहा है, जो इंसान लोगों की आवाज़ नूं हिंदुस्तान की पार्लीमेंट दे विच और उन्होंने एको गल कही कि मैनूं हिंदुस्तान मैं एक लोक सभा का मैंबर है, मैनूं हिंदुस्तान की पार्लीमेंट दे विच अपनी गल नूं क्लैरीफाई करने वास्ते मैनूं बोलण का मौका देना चाहिए। पर लेकिन उन्हां दी गल नूं ना सुन के बीजेपी के MPs ने वॉकआउट करके अपने उन्हां दी आवाज़ नूं बंद करने का काम पार्लीमेंट दे विच कीता कि संसद चले ना। इस तो आपां नूं आप साफ समझ आ जाता है। और अज जे पूरे देश दियां सारियां राजनीतिक दल जिहड़े बीजेपी तो अड्ड हैं वो सारे इकट्ठे होकर क्यों राहुल गांधी की सपोर्ट दे विच आए हैं? ये सारियां चीज़ां साडे वास्ते बहुत सानूं बड़े वड्डे पद्धर का संकेत दिंदियां और मैं समझदा और उम्मीद करदा, मैनूं विश्वास है कि तुसीं सारे भी साडे इस गल दे विच इस धक्केशाही जो बीजेपी की ते RSS की सरकार इस सूबे की इस देश की सरकार के इशारे के उपर हो रहा है उस दे उपर साडा साथ दोगे और इस गल नूं घर घर पहुँचाने वास्ते साडी मदद करोगे। और मैं उम्मीद करदा कि आने वाले समय दे विच जरूर बहुत सारे लखां करोड़ां लोगों दीयां जिहड़ियां आस्थावां या जिहड़ियां भावनाएं या जिहड़ियां अरदासां जिहड़ियां इस राहुल गांधी जी के मुद्दे दे नाल उन्हां नाल जुड़ियां हैं तो उन्होंने वड्डे पद्धर का रिलीफ आने वाले समय कोर्ट चो मिले उस नाल जुड़ियां तो जरूर परमात्मा उस गल के उपर मेहर करूगा। सो मैं ज़्यादा कुछ ना कहता होया तुहाडा सारिਆਂ ਦਾ जिथे धन्नवाद करदा उत्थे ਤੁਹਾਨੂੰ ਸਾਰਿਆਂ ਨੂੰ इस गल की बेनती करदा कि किसी भी पत्रकार भरा के मन च कोई सवाल होवे वो अपनी गल मेरे नाल रख साझ कर सकदा। मैं कोशिश करांगा तुहाडी गल का जवाब दे सकां। सर इस मुद्दे नूं लैके कांग्रेस पार्टी वल्लों अगे हुण की होर प्लान है? देखो तुसी सारे जानते हो कि पहला जदों तो ये मुद्दा चलिया है उदों तो पहला पार्लीमेंट दे विच इस गल का प्रोटेस्ट होया, पार्लीमेंट के बाहर वॉक हुई और उस तो बाद पूरे देश के विच सूबा पद्धर दीयां प्रैस कॉन्फ्रेंसिस हुई ताकि ये मुद्दा पहला लोगों तक चंगे तरीके नाल पहुँच सके
ਲੋਕਾਂ ਨੂੰ ਉਸ ਗੱਲ ਦਾ ਸਮਝ ਆ ਸਕੇ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਸਾਲ ਦੇ ਵਿੱਚ ਕੇਸ ਦਰਜ ਹੋਇਆ, ਕੀ ਇਹਦੀ ਇਹਦੇ 'ਚ ਕਾਨੂੰਨੀ ਤੌਰ ਦੇ ਉੱਪਰ ਕੀ ਪੁਆਇੰਟਸ ਹੈ, ਕਿਸ ਤਰੀਕੇ ਨਾਲ ਇਹ ਗਲਤ ਤਰੀਕੇ ਨਾਲ ਹੋਇਆ, ਔਰ ਕਿਸ ਤਰੀਕੇ ਨਾਲ 2 ਸਾਲ ਬਾਅਦ ਜਦੋਂ ਰਾਹੁਲ ਗਾਂਧੀ ਜੀ ਇਸ ਕੇਸ 'ਚ ਪੇਸ਼ ਹੋ ਗਏ ਸੀ ਤੇ ਉਹਦੇ ਜਦੋਂ ਭਾਸ਼ਣ ਹੋਇਆ ਅਡਾਨੀ ਦੇ ਬਾਰੇ ਰਾਹੁਲ ਜੀ ਨੇ ਬੋਲਿਆ ਤੇ ਉਸ ਦੇ 9 ਦਿਨਾਂ ਬਾਅਦ ਹੀ ਇਸ ਗੱਲ ਨੂੰ ਦੁਬਾਰਾ ਚੱਕਿਆ ਗਿਆ, ਹਾਈ ਕੋਰਟ ਦੇ ਵਿੱਚ ਜਾ ਕੇ ਇਸ ਗੱਲ ਨੂੰ ਕਿਹਾ ਗਿਆ ਕਿ ਅਸੀਂ ਉਹ ਜਿਹੜੀ ਸਟੇ ਮੰਗੀ ਸੀ ਉਹਨੂੰ ਦੁਬਾਰਾ ਬਰਕਰਾਰ ਕੀਤਾ ਜਾਵੇ ਤੇ ਇਸ ਮੈਟਰ ਨੂੰ ਦੁਬਾਰਾ ਐਗਜ਼ਾਮਿਨ ਕੀਤਾ ਜਾਵੇ ਤੇ ਉਹਦੇ 23 ਦਿਨਾਂ ਬਾਅਦ ਹੀ 2 ਸਾਲ ਦੀ ਸਜ਼ਾ ਦਿੱਤੀ ਜਾਂਦੀ ਹੈ। ਤਾਂ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਇਹ ਕਾਰਵਾਈ ਹੋਈ ਹੈ ਇਸ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਪ੍ਰੋਗਰਾਮ ਚੱਲ ਰਿਹਾ ਹੈ ਔਰ ਉਸ ਤੋਂ ਬਾਅਦ ਇਹ ਸਾਰੇ ਪ੍ਰੋਟੈਸਟ ਸੂਬਾ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਦੇ ਉੱਪਰ ਕੱਲੇ ਘਰ ਤੱਕ ਇਸ ਗੱਲ ਨੂੰ ਪਹੁੰਚਾਉਣ ਵਾਸਤੇ ਰਣਨੀਤੀ ਕਾਂਗਰਸ ਪਾਰਟੀ ਦੀ ਅਗਲੇ 1 ਮਹੀਨੇ ਦੀ ਤਿਆਰ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਹਰ ਰੋਜ਼ ਇਸ ਮੁੱਦੇ ਨੂੰ ਘਰ ਪਹੁੰਚਾਉਣ ਵਾਸਤੇ ਕੰਮ ਚੱਲੇਗਾ। ਉਹ ਤਾਂ ਮੁੱਦਾ ਰਹਿ ਗਿਆ ਜੀ, ਜ਼ਮਾਨਤ ਲੈਣਗੇ ਜਾਂ ਪੇਸ਼ ਹੋਣਗੇ ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਰਾਹੁਲ ਜੀ ਨੇ ਇਹ ਗੱਲ ਕਿਉਂਕਿ ਅੱਜ ਬੀਜੇਪੀ ਦੇ ਵਿੱਚ ਹਲਥਲੀ ਮੱਛੀ ਪਈ ਹੈ ਔਰ ਉਹ ਸੋਚ ਰਹੇ ਕਿ ਉਹ ਕਿਉਂ ਹਾਇਰ ਕੋਰਟ ਦੇ ਵਿੱਚ ਜਾ ਕੇ ਰਿਲੀਫ ਵਾਸਤੇ ਅਪਲਾਈ ਨਹੀਂ ਕਰ ਰਹੇ ਔਰ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਲੀਗਲ ਟੀਮ ਨਾਲ ਰਾਏ ਕਰ ਰਿਹਾ ਕਿਉਂਕਿ ਮੈਨੂੰ 30 ਦਿਨ ਦਾ ਟਾਈਮ ਮਿਲਿਆ ਤੇ ਮੈਂ 30 ਦਿਨ 'ਚ ਕਦੇ ਵੀ ਆਪਣੀ ਯਾਚਿਕਾ ਫਾਈਲ ਕਰ ਸਕਦਾ, ਮੈਂ ਆਪਣੀ ਅਪੀਲ ਫਾਈਲ ਕਰ ਸਕਦਾ। ਤਾਂ ਹੀ ਇਜ਼ ਟਰਾਈਂਗ ਟੂ ਫਾਈਂਡ ਆਊਟ ਦੈਟ ਮੈਟਰ ਤੇ ਮੈਂ ਸਮਝਦਾ ਕਿ ਇਸ ਮੁੱਦੇ 'ਤੇ ਮੈਂ ਕਮੈਂਟ ਕਰਦਾ ਚੰਗਾ ਨਹੀਂ ਲੱਗਦਾ ਕਿ ਉੱਥੇ ਕੀ ਰਾਏ ਆਉਂਦੀ ਹੈ ਔਰ ਹਲੇ ਵਕਤ ਹੈਗਾ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਵੀ ਉਹ ਕਦ ਆਪਣੀ ਅਪੀਲ ਫਾਈਲ ਕਰ ਰਹੇ ਹੈ ਜਾਂ ਉਹਨਾਂ ਦੀ ਕੀ ਰਣਨੀਤੀ ਹੈ। ਸਿੰਗਲਾ ਸਾਹਿਬ ਜਿਹੜੇ ਇੱਕ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਪਾਲ ਨੂੰ ਲੈ ਕੇ ਇੱਕ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਕਹਿ ਸਕਦੇ ਆਪਾਂ, ਕੀ ਟਿੱਪਣੀ ਹੈ ਕਾਂਗਰਸ ਪਾਰਟੀ? ਦੇਖੋ ਮੈਂ ਤਾਂ ਸਿਰਫ ਇੱਕੋ ਗੱਲ ਕਹਿਣਾ ਚਾਹੁੰਦਾ, ਇਹ ਸਾਡਾ ਸੂਬਾ ਹੈ, ਇਸ ਸੂਬੇ ਨੇ ਪਹਿਲਾਂ ਬੜਾ ਸੰਤਾਪ ਹੋ ਗਿਆ, ਸੂਬੇ ਦਾ ਬੜਾ ਨੁਕਸਾਨ ਹੋਇਆ ਹੈ ਤੇ ਜੋ ਚੱਲ ਰਿਹਾ ਹੈ ਇਹ ਸਾਡੇ ਪੰਜਾਬ ਦੇ ਸੂਬੇ ਵਾਸਤੇ ਠੀਕ ਨਹੀਂ ਹੈ। ਸਰਕਾਰ ਨੂੰ ਜ਼ਿੰਮੇਵਾਰੀ ਦੇ ਨਾਲ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਕਿਉਂਕਿ ਜਿਹੜੇ ਲੋਕ ਘਰਾਂ 'ਚ ਬੈਠ ਕੇ ਆਪਣੇ ਮਨ 'ਚ ਇਸ ਗੱਲ ਦਾ ਡਰ ਤੇ ਭੈ ਲੈ ਕੇ ਬੈਠੇ ਹੈ ਉਸ ਡਰ ਨੂੰ ਦੂਰ ਕਰਨਾ ਚਾਹੀਦਾ ਔਰ ਜੇ ਕਿਤੇ ਆਉਣ ਵਾਲੇ ਸਮੇਂ 'ਚ ਇਸ ਮੁੱਦੇ ਨੂੰ ਅਸੀਂ ਸਮੇਂ ਸਿਰ ਨਹੀਂ ਸਾਂਭਿਆ ਕਿਉਂਕਿ ਆਪਾਂ ਨੂੰ ਪਤਾ ਹਲੇ ਵੀ ਬਹੁਤ ਸਮਾਂ ਉਸ ਗੱਲ ਨੂੰ ਲੇਟ ਹੋ ਗਿਆ ਹੈ ਤੇ ਜੇ ਇਸ ਨੂੰ ਸਮੇਂ ਸਿਰ ਨਹੀਂ ਸਾਂਭਿਆ ਤਾਂ ਪੰਜਾਬ ਦੇ ਲੋਕਾਂ ਦਾ ਮਨੋਬਲ ਹੋਰ ਕਮਜ਼ੋਰ ਹੋ ਜਾਊਗਾ। ਵੈਸੇ ਵੀ ਇਹ ਗੱਲ ਹੋਣ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਪਹਿਲਾਂ ਪੰਜਾਬ 'ਚ ਆ ਕੇ ਹੌਸਲੇ ਨਾਲ ਪੰਜਾਬ 'ਚ ਆ ਕੇ ਪੈਸਾ ਲਾਉਣ ਦੀ ਗੱਲ ਕਰਦੇ ਸੀ ਜਾਂ ਇਸ ਗੱਲ ਨੂੰ ਮਹਿਸੂਸ ਕਰਦੇ ਸੀ ਕਿ ਪੰਜਾਬ ਇੱਕ ਅਗਾਂਹ ਵਧੂ ਸੂਬਾ ਹੈ ਤੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਹੋਰ ਇਨਵੈਸਟਮੈਂਟ ਦੇ ਨਾਲ ਰੋਜ਼ਗਾਰ ਤੇ ਇਸ ਗੱਲਾਂ ਨੂੰ ਹੋਣਾ ਹੈ, ਕਿਤੇ ਉਸ ਗੱਲ ਦੇ ਉੱਪਰ ਵੀ ਲੋਕਾਂ ਦੇ ਮਨ 'ਚ ਹਲੇ ਥੋੜ੍ਹੀ ਠੱਲ ਪਈ ਹੈ। ਤਾਂ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਕਿ ਚਾਹੇ ਉਹਨਾਂ ਨੇ ਭਾਰਤ ਸਰਕਾਰ ਤੋਂ CRPF ਜੈਸੀਆਂ ਏਜੰਸੀਜ਼ ਨੂੰ ਕੰਪਨੀਜ਼ ਨੂੰ ਬੁਲਾਇਆ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ, ਅੱਜ ਸਾਨੂੰ ਇਸ ਗੱਲ ਦੇ ਉੱਪਰ ਜਲਦੀ ਤੋਂ ਜਲਦੀ ਨੱਥ ਪਾ ਲੈਣੀ ਚਾਹੀਦੀ ਹੈ। ਇਸ ਗੱਲ ਦੇ ਉੱਪਰ ਸਾਨੂੰ ਕੰਟਰੋਲ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਕਿਤੇ ਪੰਜਾਬ ਦਾ ਆਉਣ ਵਾਲੇ ਸਮੇਂ 'ਚ ਨੁਕਸਾਨ ਨਾ ਹੋਵੇ। ਸਿੰਗਲਾ ਜੀ 1977 ਜਨਤਾ ਪਾਰਟੀ ਆਈ ਹੈ, ਉਸ ਵੇਲੇ ਵੀ ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡਾ ਹਮਲਾ ਹੋਇਆ ਸੀ ਜਦੋਂ ਮੈਡਮ ਇੰਦਰਾ ਗਾਂਧੀ ਨੂੰ ਫੜ ਕੇ ਬੰਦ ਕਰਤਾ ਸੀ। ਸੱਤਿਆਗ੍ਰਹਿ ਹੋਇਆ ਸੀ ਉਸ ਵੇਲੇ, ਸੱਤਿਆਗ੍ਰਹਿ ਸਿਰਫ 15 ਦਿਨਾਂ ਚੱਲਿਆ ਸੀ ਤੇ ਉਹਨੇ ਜਨਤਾ ਪਾਰਟੀ ਨੇ ਚੂੜਾ ਹਿਲਾ ਕੇ ਰੱਖ ਦਿੱਤੇ ਸੀ। ਸਾਡੇ ਕੋਲ ਬੈਠੇ ਅਗਰਵਾਲ ਸਾਹਿਬ ਨੂੰ ਕੱਟ ਕੇ ਇਹ ਜਿਹੇ ਲੋਕ ਸਾਰੇ ਆਏ ਸੀ। ਕੀ ਪੰਜਾਬ ਦੀ ਕਾਂਗਰਸ ਸੁਗੈਸਟ ਕਰੂਗੀ ਕਿ ਉਸ ਕਿਸਮ ਦਾ ਸੱਤਿਆਗ੍ਰਹਿ ਚਲਾਇਆ ਜਾਵੇ? ਸੱਤਿਆਗ੍ਰਹਿ ਆਲਰੇਡੀ ਚੱਲ ਰਿਹਾ ਹੈ, ਜਿਸ ਤਰ੍ਹਾਂ ਮੈਂ ਛੋਟੇ ਪੈਮਾਨੇ ਚੱਲ ਰਿਹਾ। ਇੱਕ ਵਾਰ ਰਾਹੁਲ ਗਾਂਧੀ ਜੀ ਦਾ ਜਿਹੜੀ ਲੀਗਲ ਟੀਮ ਦੀ ਰਾਏ ਆ ਜਾਵੇ ਕਿ ਉਹ ਅਗਲੇ ਸੁਪਰੀਮ ਕੋਰਟ ਦੇ ਵਿੱਚ ਆਪਣੀ ਅਪੀਲ ਫਾਈਲ ਕਰ ਰਹੇ ਹੈ ਜਾਂ ਕਦੋਂ ਕਰ ਰਹੇ, ਕੀ ਕਰ ਰਹੇ, ਉਸ ਤੋਂ ਬਾਅਦ ਉਸ ਦਾ ਵੀ ਪ੍ਰੋਗਰਾਮ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੇ ਦਾਂਗੇ। ਸਿੰਗਲਾ ਸਾਹਿਬ ਇੱਕ ਸਰਕਾਰ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅੱਜ ਆਪਾਂ ਇਸ ਮੁੱਦੇ ਦੇ ਇਹਨਾਂ ਨੇ ਪੁੱਛ ਲਿਆ ਅੰਮ੍ਰਿਤਪਾਲ ਵਾਲਾ, ਮੈਂ ਵੈਸੇ ਕਹਿਣਾ ਆਪਾਂ ਅੱਜ ਇਸ ਨੂੰ ਇਸ ਮੁੱਦੇ ਤੇ ਰੱਖੀਏ ਫਿਰ ਡੀਰੇਲ ਹੋ ਜਾਂਦਾ, ਆਪਾਂ ਇਕੱਲੇ ਕਰ ਲਾਂਗੇ। ਸਿੰਗਲਾ ਸਾਹਿਬ ਨਵਜੋਤ ਸਿੱਧੂ ਦੇ ਟਵਿੱਟਰ ਹੈਂਡਲ ਤੇ ਉਹਦੀ ਜਾਣਕਾਰੀ ਆਈ ਹੈ ਕਿ ਉਹ ਕੱਲ੍ਹ ਨੂੰ ਰਿਹਾਅ ਹੋ ਰਹੇ ਨੇ। ਜਿਸ ਤਰ੍ਹਾਂ ਭਾਰਤ ਭੂਸ਼ਣ ਆਸੂ ਦਾ ਸਵਾਗਤ ਕੀਤਾ ਗਿਆ ਜੇਲ੍ਹ ਤੋਂ ਬਾਹਰ ਆਉਣ ਤੇ, ਕੀ ਨਵਜੋਤ ਸਿੱਧੂ ਦੇ ਸਵਾਗਤ ਲਈ ਵੀ ਪਾਰਟੀ ਕੋਲ ਹੋਏਗੀ? ਇਹ ਤਾਂ ਆਪਣਾ ਪਾਰਟੀ ਪ੍ਰਧਾਨ ਸਾਹਿਬ ਗਏ ਸੀਗੇ ਆਪਣਾ ਜਦੋਂ ਆਸ਼ੂ ਜੀ ਆਏ ਸੀ ਬਾਹਰ, ਤੇ ਜੇ ਉਹਨਾਂ ਦਾ ਕੋਈ ਪ੍ਰੋਗਰਾਮ ਆ ਗਿਆ ਤਾਂ ਅੱਜ ਸ਼ਾਮ ਤੱਕ ਪਤਾ ਲੱਗ ਜਾਊਗਾ ਕਿਸ ਤਰ੍ਹਾਂ ਪਲੈਨਿੰਗ ਹੈ। ਕਿਉਂਕਿ ਜਦੋਂ ਵੀ ਨਵਜੋਤ ਸਿੱਧੂ ਔਰ ਆਸ਼ੂ ਜੇਲ੍ਹ ਸੀ ਉਹਨਾਂ ਨਾਲ ਮੁਲਾਕਾਤ ਨਹੀਂ ਮੈਨੂੰ ਇਸ ਤਰ੍ਹਾਂ ਯਾਰ ਮੈਨੂੰ ਪਤਾ ਨਹੀਂ, ਤੁਸੀਂ ਕੀ ਹੈ ਵੀ ਟਵਿੱਟਰ ਤੇ ਆਇਆ, ਮੈਨੂੰ ਹਲੇ ਪਤਾ ਨਹੀਂ ਹੈ, ਜੇ ਉਹ ਪਤਾ ਲੱਗ ਜੂ ਸ਼ਾਮ ਤੱਕ। ਵੈਸੇ ਮੇਰੀ ਇਹ ਬੇਨਤੀ ਆਪਾਂ ਇਸ ਮੁੱਦੇ ਦੇ ਉੱਪਰ ਰੱਖੀ ਯਾਰ, ਬੈਟਰ ਠੀਕ ਹੈ, ਥੈਂਕ ਯੂ।